बहुत लोग कहते हैं कि 84 ਨੂੰ ਭੁੱਲ ਜਾਓ ਤੇ ਅੱਗੇ ਵਧੋ। ਕਿਵੇਂ ਅੱਗੇ ਵਧ ਜਾਈਏ ਜਦੋਂ ਤੁਸੀਂ ਇੱਕ ਕੌਮ ਦੀ ਨਸਲਕੁਸ਼ੀ ਕਰਨ ਦੇ ਉੱਤੇ ਤੁਲ ਗਏ ਸੀਗੇ ਜੀ, ਜਦੋਂ ਤੁਸੀਂ ਸਾਡਾ ਸਭ ਤੋਂ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ ਟੈਂਕ ਤੇ ਫੌਜੀ ਬੂਟਾਂ ਦੇ ਨਾਲ ਹਮਲਾ ਕੀਤਾ। ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਕਿਸੇ ਵੀ ਸਰਕਾਰ ਦੇ ਤਖਤ ਤੋਂ ਵੱਡਾ ਇੱਕ ਸਿੱਖ ਦੇ ਲਈ ਅਕਾਲ ਦਾ ਤਖਤ ਮੰਨਿਆ ਜਾਂਦਾ ਜਦੋਂ ਤੁਸੀਂ ਉਸ ਨੂੰ ਵੀ ਢਹਿ ਢੇਰੀ ਕਰ ਦਿੱਤਾ ਤਾਂ ਕਿਵੇਂ ਭੁੱਲ ਜਾਏ। ਚੰਡੀਗੜ੍ਹ ਦਾ ਮਸਲਾ ਹੋਵੇ, ਚੰਡੀਗੜ੍ਹ ਰਾਜਧਾਨੀ ਦਾ ਮਸਲਾ ਹੋਵੇ, ਸਾਡੀ ਆਪਣੀ ਹਾਈ ਕੋਰਟ ਦਾ ਮਸਲਾ ਹੋਵੇ, ਜਦੋਂ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਗੱਲ ਕਰਦੇ ਆ ਤਾਂ ਕੁੱਲ ਮਿਲਾ ਕੇ ਉਹ ਅਨੰਦਪੁਰ ਸਾਹਿਬ ਦੇ ਮੱਥੇ ਦੀ ਹੀ ਟੇਕ ਲੱਗਦੀ ਹੈ। ਉਹ ਰਾਸ਼ਟਰਪਤੀ ਕੀ ਇੰਨੇ ਮਜਬੂਰ ਸੀ ਕਿ ਉਹਨਾਂ ਨੇ ਚੁੱਪ ਚਪੀਤੇ ਦਸਤਖਤ ਕਰਕੇ ਫੌਜ ਦਿੱਲੀ ਤੋਂ ਭੇਜ ਕੇ ਤੇ ਦਰਬਾਰ ਸਾਹਿਬ ਦੇ ਉੱਤੇ ਚੜਾ ਦਿੱਤੀ। ਜਿਹੜੇ ਉਹ ਹੱਕ ਮੰਗਦੇ ਸੀ ਉਹਨਾਂ ਹੱਕਾਂ ਤੋਂ ਵਾਂਝਾ ਨਾ ਕੀਤਾ ਜਾਂਦਾ। ਕੁਝ ਉਹਨਾਂ ਦੀਆਂ ਮੰਨ ਲਈਆਂ ਜਾਂਦੀਆਂ, ਕੁਝ ਆਪਣੀਆਂ ਮਨਾ ਲਈਆਂ ਜਾਂਦੀਆਂ, ਤਾਂ ਮੇਰੇ ਖਿਆਲ 'ਚ ਇਹ ਨੌਬਤ ਨਹੀਂ ਆਉਣੀ। ਉਸ ਵਕਤ ਦੇ ਜਿਹੜੇ ਦਿੱਲੀ ਦੇ ਪੱਤਰਕਾਰ ਨੇ ਉਹਨਾਂ ਦੀਆਂ ਰਿਪੋਰਟਾਂ ਕਦੇ ਸੁਣ ਕੇ ਵੇਖੋ, ਜਿਨ੍ਹਾਂ ਨੇ ਅੱਖੀਂ ਡਿੱਠਾ ਨਜ਼ਾਰਾ ਕਈ ਵਾਰੀ ਵਿਖਾਉਣ ਦੀ ਕੋਸ਼ਿਸ਼ ਕੀਤੀ। ਜੇ 84 ਨਾ ਵਾਪਰਦੀ, 84 ਤੋਂ ਬਾਅਦ 95 ਤੱਕ ਦਾ ਜਿਹੜਾ ਪੰਜਾਬ ਦੇ ਵਿੱਚ ਦੌਰ ਆਇਆ, ਜਿਹੜੇ ਦੌਰ ਨੂੰ ਆਪਾਂ ਕਾਲਾ ਦੌਰ ਕਹਿੰਦੇ ਆ, ਕਾਲਾ ਦੌਰ ਆਇਆ ਨਹੀਂ ਲਿਆਂਦਾ ਗਿਆ, ਜਿਸ ਦੇ ਵਿੱਚ ਕਿੰਨੇ ਹੀ ਨੌਜਵਾਨ ਬੇਕਸੂਰ ਕੋਹ ਕੇ ਮਾਰ ਦਿੱਤੇ ਗਏ। ਇੱਥੋਂ ਤੱਕ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੀ ਕਤਲ ਜਿਹੜਾ ਹੈ ਥਾਣੇ ਦੇ ਵਿੱਚ। ਤਾਂ ਬੈਕ ਟੂ ਦਾ ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹੈਪੀ ਭਗਤਾ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪ੍ਰਿੰਸ ਭਾਰਤਵਾਜ। ਸਵਾਗਤ ਹੈ ਪ੍ਰਿੰਸ ਜੀ। ਸ਼ੁਕਰੀਆ ਪ੍ਰਿੰਸ ਜੀ। ਜੂਨ ਦਾ ਮਹੀਨਾ ਚੱਲ ਪਿਆ, 2 ਜੂਨ ਆ ਗਈ ਹੈ ਤੇ ਜੂਨ 84 ਕਿਸੇ ਦੇ ਮਨਾਂ ਚੋਂ, ਕਿਸੇ ਦੇ ਦਿਲ ਚੋਂ, ਦਿਮਾਗ ਚੋਂ ਨਹੀਂ ਵਿਸਰੀ। ਉਹ ਮੰਜ਼ਰ ਕਿਸੇ ਦੇ ਦਿਮਾਗ ਚੋਂ ਨਹੀਂ ਮਿਟਿਆਗਾ। ਅੱਜ ਵੀ ਉਹ ਤਸਵੀਰਾਂ ਅਸੀਂ ਦੇਖਦੇ ਹਾਂ, ਸਾਡੇ ਬੱਚੇ ਵੀ ਦਹਿਲ ਜਾਂਦੇ ਨੇ ਕਿ ਇਹ ਸਾਡੇ ਸਮਾਜ 'ਚ ਵਾਪਰਿਆ ਸੀ। ਬਹੁਤ ਦੁਖਦਾਈ ਪਹਿਲੂ ਹੈ ਸਾਡੇ ਸਮਾਜ ਦਾ, ਸਾਡੇ ਦੇਸ਼ ਦਾ, ਸਾਡੀਆਂ ਰਾਜਨੀਤਿਕ ਪਾਰਟੀਆਂ ਦਾ ਜਾਂ ਸਾਡੀਆਂ ਹੁਕਮਰਾਨ ਧਿਰਾਂ ਦਾ। 84 ਜਿਵੇਂ ਤੁਸੀਂ ਕਿਹਾ ਕਿ ਸਾਡੇ ਬੱਚੇ ਵੀ ਦਹਿਲ ਜਾਂਦੇ ਆ। ਖਾਸ ਤੌਰ ਦੇ ਉੱਤੇ ਸਿੱਖ ਕੌਮ ਦੇ ਉੱਤੇ ਇੱਕ ਐਸਾ ਜ਼ਖਮ ਹੈ ਜਿਹੜਾ ਜ਼ਖਮ ਮੇਰੇ ਖਿਆਲ ਦੇ ਵਿੱਚ, ਹਾਲਾਂਕਿ ਬਹੁਤ ਲੋਕ ਕਹਿੰਦੇ ਨੇ ਕਿ 84 ਨੂੰ ਭੁੱਲ ਜਾਓ ਤੇ ਅੱਗੇ ਵਧੋ। ਕਿਵੇਂ ਅੱਗੇ ਵਧ ਜਾਈਏ ਜਦੋਂ ਤੁਸੀਂ ਇੱਕ ਕੌਮ ਦੀ ਨਸਲਕੁਸ਼ੀ ਕਰਨ ਦੇ ਉੱਤੇ ਤੁਲ ਗਏ ਸੀਗੇ, ਜਦੋਂ ਤੁਸੀਂ ਸਾਡਾ ਸਭ ਤੋਂ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ ਟੈਂਕ ਤੇ ਫੌਜੀ ਬੂਟਾਂ ਦੇ ਨਾਲ ਹਮਲਾ ਕੀਤਾ, ਜਦੋਂ ਤੁਸੀਂ ਸਾਡਾ ਅਕਾਲ ਤਖਤ ਸਾਹਿਬ, ਜਿਹੜੀ ਸਾਡੀ ਸੁਪਰੀਮ ਬਾਡੀ ਹੈ, ਸਾਡੀ ਸੁਪਰੀਮ ਸੰਸਥਾ ਹੈ, ਜਿਹੜਾ ਅਕਾਲ ਦਾ ਤਖਤ ਮੰਨਿਆ ਜਾਂਦਾ, ਦਿੱਲੀ ਤਖਤਾਂ ਨਾਲੋਂ ਵੱਡਾ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਜਾਂ ਕਿਸੇ ਵੀ ਸਰਕਾਰ ਦੇ ਤਖਤ ਤੋਂ ਵੱਡਾ ਇੱਕ ਸਿੱਖ ਦੇ ਲਈ ਅਕਾਲ ਦਾ ਤਖਤ ਮੰਨਿਆ ਜਾਂਦਾ, ਜਦੋਂ ਤੁਸੀਂ ਉਸ ਨੂੰ ਹੀ ਢਹਿ ਢੇਰੀ ਕਰ ਦਿੱਤਾ ਤਾਂ ਕਿਵੇਂ ਭੁੱਲ ਜਾਏਗੀ ਸਿੱਖ ਕੌਮ, ਜਾਂ ਕਿਵੇਂ ਭੁੱਲ ਜਾਣਗੇ ਪੰਜਾਬੀ 84 ਦੇ ਮਹੀਨੇ ਨੂੰ ਤੇ 84 ਤੋਂ ਬਾਅਦ ਫਿਰ ਜਿਹੜਾ ਕੁਝ ਦਿੱਲੀ ਦੇ ਵਿੱਚ ਵਾਪਰਿਆ ਜਾਂ ਸਾਡੇ ਸਿੱਖ ਕੌਮ ਨਾਲ ਜੋ ਕੁਝ ਕੀਤਾ ਗਿਆ, ਕਿਵੇਂ ਭੁੱਲ ਜਾਈਏ। ਐਵੇਂ ਕਹਿ ਦੇਣਾ ਸੌਖਾ ਹੁੰਦਾ, ਪਰ ਇਹ ਜਿਹੜਾ ਰਿਸਦਾ ਹੋਇਆ ਜ਼ਖਮ ਹੈ ਨਾ, ਇਹ ਰਿਸਦਾ ਜ਼ਖਮ ਹਮੇਸ਼ਾ ਇਦਾਂ ਹੀ ਰਿਸਦਾ ਰਹਿਣਾ ਚਾਹੀਦਾ। ਇਹ ਗੱਲ ਮੈਂ ਤਾਂ ਆਖੀ ਹੈ ਚਾਹੀਦਾ ਕਿ ਇਸ ਦੇ ਉੱਤੇ ਖਰੀਂਡ ਨਹੀਂ ਆਉਣਾ ਚਾਹੀਦਾ। ਉਹਦਾ ਕਾਰਨ ਹੈ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ, ਕਹਿੰਦੇ ਨੇ ਕਿ ਉਹ ਕੌਮਾਂ ਹੌਲੀ ਹੌਲੀ ਮਿਟ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ, ਕੌਮਾਂ ਹੀ ਖਤਮ ਹੋ ਜਾਂਦੀਆਂ ਨੇ। ਸਾਡੇ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਉਹ ਉਸ ਦਾ ਤੁਲਨਾਤਮਕ ਅਧਿਐਨ ਕਰਨ, ਗਲਤੀ ਕਿਸੇ ਵੀ ਧਿਰ ਦੀ ਰਹੀ ਹੋਵੇ, ਗਲਤੀ ਕਿਸੇ ਵੀ ਪੱਖ ਦੀ ਰਹੀ ਹੋਵੇ, ਅਸਲ ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਹੈ, ਸ਼ੁਰੂਆਤ ਤਾਂ ਅਕਾਲੀ ਮੋਰਚੇ ਤੋਂ ਹੁੰਦੀ ਹੈ। ਅਕਾਲੀ ਮੋਰਚੇ ਦੇ ਵਿੱਚ ਹੀ ਫਿਰ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਪੈਂਦਾ ਹੈ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਉਸ ਅਕਾਲੀ ਲਹਿਰ ਦੇ ਵਿੱਚ ਸ਼ਾਮਲ ਕਰਦੇ ਆ, ਅਕਾਲੀ ਮੋਰਚੇ ਦੇ ਵਿੱਚ ਸ਼ਾਮਲ ਕਰਦੇ ਆ, ਤਾਂ ਉਸ ਦੇ ਨਾਲੋਂ ਹੋਰ ਬਰੋਡ ਹੋ ਜਾਂਦਾ। ਅਨੰਦਪੁਰ ਸਾਹਿਬ ਦੇ ਮਤੇ ਦਾ ਜਿਹੜਾ ਮੁੱਖ ਸੂਤਰ ਆ, ਉਹ ਮੁੱਖ ਸੂਤਰ ਕੀ ਹੈ? ਮੁੱਖ ਸੂਤਰ ਇਹੋ ਹੈ ਸਿਰਫ ਤੇ ਸਿਰਫ, ਜਦੋਂ ਸਾਰੇ ਨੂੰ ਤੁਸੀਂ ਨਿਗਾਹਬਾਨੀ ਕਰਦੇ ਹੋ ਕਿ ਭਾਈ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ ਔਰ ਕੇਂਦਰ ਸੂਬਿਆਂ ਦੇ ਕੰਮਕਾਰ ਦੇ ਵਿੱਚ, ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਜਿਹੜੀ ਦਖਲ ਅੰਦਾਜ਼ੀ ਆ ਉਸ ਨੂੰ ਘੱਟ ਕਰੇ। ਅੱਜ ਵੀ ਇਹੋ ਕੁਝ ਹੋ ਰਿਹਾ। ਅੱਜ ਵੱਖ-ਵੱਖ ਸੂਬਿਆਂ ਦੇ ਹੱਕਾਂ ਦੀ ਸੰਘੀ ਘੁੱਟ ਕੇ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਆਪਣਾ ਜਿਹੜਾ ਵਲਗਣ ਹੈ ਉਹ ਕਿਸ ਤਰੀਕੇ ਨਾਲ ਸੂਬਿਆਂ ਦੇ ਉੱਤੇ ਥੋਪ ਰਹੀ ਹੈ। ਦਿੱਲੀ ਦੇ ਵਿੱਚ ਇੱਕ ਆਰਡੀਨੈਂਸ ਲੈ ਕੇ ਆਂਦਾ ਗਿਆ ਜਿਸ ਦੇ ਵਿੱਚ ਦਿੱਲੀ ਸਰਕਾਰ ਦੀਆਂ ਤਾਕਤਾਂ ਘੱਟ ਕੀਤੀਆਂ ਗਈਆਂ ਨੇ। ਉਸ ਆਰਡੀਨੈਂਸ ਦੇ ਖਿਲਾਫ ਹੁਣ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਸ ਦਾ ਸਹਿਯੋਗ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੰਗਿਆ ਜਾ ਰਿਹਾ। ਤੇ ਇਹੀ ਗੱਲ ਜਦੋਂ ਪੰਜਾਬ ਚੁੱਕਦਾ, ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਪੰਜਾਬ ਦੀ ਬੋਲੀ ਦਾ ਮਸਲਾ ਹੋਵੇ,
ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਕਿਸ ਤਰੀਕੇ ਨਾਲ ਪੰਜਾਬੀ ਦਾ ਜਿਹੜਾ ਪੰਜਾਬੀ ਭਾਸ਼ਾ ਹੈ ਉਸ ਨੂੰ ਲਾਜ਼ਮੀ ਭਾਸ਼ਾ ਦੇ ਵਿੱਚੋਂ ਜਾਂ ਲਾਜ਼ਮੀ ਸਬਜੈਕਟ ਦੇ ਰੂਪ ਦੇ ਵਿੱਚੋਂ ਖਤਮ ਕਰ ਦਿੱਤਾ ਗਿਆ। ਚੰਡੀਗੜ੍ਹ ਦਾ ਮਸਲਾ ਹੋਵੇ, ਚੰਡੀਗੜ੍ਹ ਰਾਜਧਾਨੀ ਦਾ ਮਸਲਾ ਹੋਵੇ, ਸਾਡੀ ਆਪਣੀ ਹਾਈ ਕੋਰਟ ਦਾ ਮਸਲਾ ਹੋਵੇ, ਜਦੋਂ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਗੱਲ ਕਰਦੇ ਆ ਤਾਂ ਕੁੱਲ ਮਿਲਾ ਕੇ ਉਹ ਆਨੰਦਪੁਰ ਸਾਹਿਬ ਦੇ ਮਤੇ ਦੀ ਹੀ ਟੇਕ ਲੱਗਦੀ ਆ ਜੀ। ਸੂਬਿਆਂ ਦੇ ਵੱਧ ਅਧਿਕਾਰਾਂ ਔਰ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਲੱਗਦੀ ਹੈ। ਦੂਜੀ ਗੱਲ ਮੈਂ ਇਹ ਗੱਲ ਇਸ ਕਰਕੇ ਕਹੀ ਹੈ ਕਿ ਬਹੁਤ ਸਾਰੀਆਂ ਕਿਤਾਬਾਂ ਦੇ ਹਵਾਲੇ ਨੇ 84 ਦੇ ਉੱਤੇ ਲਗਭਗ ਜਿੰਨੀਆਂ ਕਿਤਾਬਾਂ ਆਈਆਂ ਨੇ ਸਾਰੇ ਦਾ ਅਧਿਐਨ ਕੀਤਾ, ਸਾਰਿਆਂ ਨੂੰ ਪੜ੍ਹਿਆ ਹੈ ਔਰ ਉਸ ਵਕਤ ਦੇ ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਪਿਆਰੇ ਨੇ, ਜਿਹੜੇ ਸਾਡੇ ਬਹੁਤ ਸਤਿਕਾਰਤ ਬਜ਼ੁਰਗ ਨੇ ਇਸ ਵਕਤ, ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਅਸੀਂ। ਪੱਖ ਕੋਈ ਵੀ ਰਿਹਾ ਹੋਵੇ, ਸਟੇਟ ਕੋਲੇ ਹਮੇਸ਼ਾ ਇੱਕ ਆਪਸ਼ਨ ਹੁੰਦਾ ਹੈ। ਉਹ ਆਪਸ਼ਨ ਇਹ ਹੁੰਦਾ ਕਿ ਸਟੇਟ ਕਿਸੇ ਵੀ ਵੱਡੇ ਤੋਂ ਵੱਡੇ ਕਾਂਡ ਨੂੰ ਟਾਲ ਸਕਦੀ ਹੁੰਦੀ ਹੈ ਜਾਂ ਅੰਜਾਮ ਦੇ ਸਕਦੀ ਹੁੰਦੀ ਹੈ। ਮੈਨੂੰ ਨਹੀਂ ਲੱਗਦਾ, ਨਿੱਜੀ ਤੌਰ ਦੇ ਉੱਤੇ ਵੀ ਬਹੁਤ ਸਾਰੇ ਸੱਜਣਾਂ ਨੂੰ ਨਹੀਂ ਲੱਗਦਾ ਕਿ ਜੇਕਰ ਉਸ ਵਕਤ ਦੀ ਕੇਂਦਰ ਸਰਕਾਰ ਚਾਹੁੰਦੀ ਤਾਂ ਡਿਪਲੋਮੈਟਿਕ ਤਰੀਕੇ ਨਾਲ ਜਿਹੜੇ ਪੰਜਾਬੀ ਜਿਹੜੇ ਸਿੱਖ ਸੰਘਰਸ਼ ਕਰ ਰਹੇ ਸੱਜਣ ਉਸ ਵਕਤ ਦਰਬਾਰ ਸਾਹਿਬ ਦੇ ਵਿੱਚ ਬੈਠੇ ਸੀਗੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਬੈਠੇ ਸੀ, ਵੱਖ-ਵੱਖ ਸਰਾਵਾਂ ਦੇ ਵਿੱਚ ਬੈਠੇ ਸੀ, ਹਥਿਆਰਬੰਦ ਤਿਆਰੀ ਕੱਢੀ ਬੈਠੇ ਸੀਗੇ, ਉਹਨਾਂ ਨੂੰ ਮਨਾ ਨਾ ਸਕਦੇ ਹੁੰਦੇ ਤੇ ਇਹ ਨੌਬਤ ਨਾ ਆਉਂਦੀ। ਦੂਜੀ ਗੱਲ, ਸਵਾਲ ਇਹ ਵੀ ਖੜੇ ਹੁੰਦੇ ਆ ਕਿ ਉਸ ਵਕਤ ਦੇ ਜਿਹੜੇ ਰਾਸ਼ਟਰਪਤੀ ਸੀਗੇ ਉਹ ਰਾਸ਼ਟਰਪਤੀ ਕੀ ਇੰਨੇ ਮਜਬੂਰ ਸੀ ਕਿ ਉਹਨਾਂ ਨੇ ਚੁੱਪ ਚਪੀਤੇ ਦਸਤਖਤ ਕਰਕੇ ਫੌਜ ਦਿੱਲੀ ਤੋਂ ਭੇਜ ਕੇ ਤੇ ਦਰਬਾਰ ਸਾਹਿਬ ਦੇ ਉੱਤੇ ਚੜਾ ਦਿੱਤੀ? ਉਹਨਾਂ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਉੱਠਦਾ ਹੈ। ਇਸੇ ਕਰਕੇ ਕਿਹਾ ਕਿ 84 ਜਾਂ ਜੂਨ ਮਹੀਨਾ ਜਦ ਵੀ ਆਏਗਾ ਤਾਂ ਤੁਹਾਨੂੰ ਇਹ ਯਾਦ ਰੱਖਣਾ ਪਏਗਾ ਕਿ ਤੁਹਾਡੇ ਨਾਲ ਕਿਸ ਕਿਸਮ ਦਾ ਵਿਸ਼ਵਾਸਘਾਤ ਕੀਤਾ ਗਿਆ ਸੀ ਜੀ। ਜੇਕਰ ਉਸ ਵਕਤ ਚੱਲ ਰਹੀ ਲਹਿਰ ਦੇ ਆਗੂਆਂ ਦੇ ਨਾਲ ਬੈਠ ਕੇ ਗੱਲ ਹੁੰਦੀ, 1 ਪੜਾਅ ਦੀ, 2 ਪੜਾਅ ਦੀ, 10 ਪੜਾਵਾਂ ਦੀ, ਭਾਵੇਂ 100 ਪੜਾਵਾਂ ਦੀ ਗੱਲ ਕਰਨੀ ਪੈਂਦੀ, ਉਹਨਾਂ ਨੂੰ ਜਿਹੜੇ ਉਹ ਹੱਕ ਮੰਗਦੇ ਸੀ ਉਹਨਾਂ ਹੱਕਾਂ ਤੋਂ ਵਾਂਝਾ ਨਾ ਕੀਤਾ ਜਾਂਦਾ, ਕੁਝ ਉਹਨਾਂ ਦੀਆਂ ਮੰਨ ਲਈਆਂ ਜਾਂਦੀਆਂ, ਕੁਝ ਆਪਣੀਆਂ ਮਨਾ ਲਈਆਂ ਜਾਂਦੀਆਂ, ਤਾਂ ਮੇਰੇ ਖਿਆਲ 'ਚ ਇਹ ਨੌਬਤ ਨਹੀਂ ਆਉਣੀ ਸੀਗੀ। ਸਰਕਾਰ ਕੋਲੇ ਬਹੁਤ ਵੱਡਾ ਤੰਤਰ ਹੁੰਦਾ ਹੈ, ਸਰਕਾਰ ਕੋਲੇ ਬਹੁਤ ਵੱਡੇ ਡਿਪਲੋਮੈਟਿਕ ਹੁੰਦੇ ਨੇ, ਸਰਕਾਰ ਕੋਲੇ ਬਹੁਤ ਕੁਝ ਇਸ ਤਰੀਕੇ ਦਾ ਹੁੰਦਾ ਕਿ ਮਨਾਇਆ ਜਾ ਸਕਦਾ ਹੁੰਦਾ ਜੀ। ਦੋਨੇ ਗੱਲਾਂ ਹੁੰਦੀਆਂ ਨੇ ਉਸ ਦੇ ਵਿੱਚ, ਕੁਝ ਗੱਲਾਂ ਦੇ ਵਿੱਚ ਨਰਮ ਰਹਿਣਾ ਪੈਂਦਾ, ਕੁਝ ਗੱਲਾਂ ਦੇ ਵਿੱਚ ਗਰਮ ਰਹਿਣਾ ਪੈਂਦਾ, ਦੋਵੇਂ ਧਿਰਾਂ ਨੂੰ। ਸੋ ਉਸ ਵਕਤ ਦੀਆਂ ਦੋਵੇਂ ਧਿਰਾਂ ਦੀਆਂ ਹਾਲਾਤਾਂ ਦੇ ਵਿੱਚੋਂ ਇਹ ਹਾਲਾਤ ਉਪਜੇ ਕਿ ਸਰਕਾਰ ਨੇ ਐਡਾ ਗਲਤ ਫੈਸਲਾ ਲਿਆ, ਜਿਹੜੇ ਫੈਸਲੇ ਦੀ ਚਰਚਾ ਹਮੇਸ਼ਾ ਹੁੰਦੀ ਰਹੇਗੀ, ਉਸ ਵਕਤ ਦੇ ਹੁਕਮਰਾਨਾਂ ਦੇ ਰਾਹੀਂ ਵੀ ਹੁੰਦੀ ਰਹੇਗੀ, ਉਸ ਵਕਤ ਦੇ ਹੁਕਮਰਾਨਾਂ ਦੀ ਹੁਣ ਜਿਹੜੀ ਪਾਰਟੀ ਹੈ, ਜਿਹੜੀ ਇਸ ਵਕਤ ਲਗਭਗ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਦੂਰ ਹੋ ਚੁੱਕੀ ਹੈ, ਮਤਲਬ ਉਹਨਾਂ ਦੀਆਂ ਸਰਕਾਰਾਂ ਤੋਂ ਦੂਰ ਹੋ ਚੁੱਕੀ ਹੈ, ਹਾਲਾਂਕਿ ਕਰਨਾਟਕ ਦੇ ਵਿੱਚ ਜ਼ਰੂਰ ਉਹਨਾਂ ਨੇ ਫਿਰ ਤੋਂ ਵਾਪਸੀ ਕੀਤੀ ਹੈ, ਉਹਨਾਂ ਤੋਂ ਵੀ ਵਾਰ-ਵਾਰ ਸਵਾਲ ਪੁੱਛੇ ਜਾਂਦੇ ਰਹਿਣਗੇ ਕਿ ਤੁਸੀਂ ਉਸ ਵਕਤ ਜਾਂ ਤੁਹਾਡੇ ਪੁਰਖਿਆਂ ਨੇ ਉਸ ਵਕਤ ਜੋ ਕੁਝ ਕੀਤਾ, ਕੀ ਤੁਸੀਂ ਉਸ ਦੀ ਮੁਆਫੀ ਪੂਰੀ ਸਿੱਖ ਕੌਮ ਤੋਂ ਮੰਗੋਗੇ, ਕੀ ਪੂਰੀ ਸਿੱਖ ਸੰਗਤ ਤੋਂ ਮੰਗੋਗੇ? ਇਹ ਸਵਾਲ ਉਹਨਾਂ ਦੇ ਲਈ ਬਹੁਤ ਵੱਡਾ ਹੈ। ਪਰ ਇਹ ਵਿਸ਼ਾ ਸੱਚਮੁੱਚ ਹੈਪੀ ਬਾਈ ਬਹੁਤ ਗੰਭੀਰ ਹੈ ਕਿ ਜਦੋਂ ਵੀ ਜੂਨ ਮਹੀਨਾ ਆਏਗਾ ਜਾਂ ਜੂਨ ਮਹੀਨੇ ਤੋਂ ਬਾਅਦ ਦੀਆਂ ਵਾਪਰੀਆਂ ਘਟਨਾਵਾਂ, ਇੰਦਰਾ ਗਾਂਧੀ ਦਾ ਕਤਲ, ਉਸ ਤੋਂ ਬਾਅਦ ਕਿਸ ਤਰੀਕੇ ਨਾਲ ਸਿਰਫ ਦਿੱਲੀ ਨਹੀਂ, ਦਿੱਲੀ, ਕਾਨਪੁਰ, ਅਹਿਮਦਾਬਾਦ, ਮੁੰਬਈ, ਕਿੰਨੇ ਹੀ ਸ਼ਹਿਰਾਂ ਦੇ ਵਿੱਚ ਔਰ ਭਾਰਤ ਦੇ ਕਿੰਨੇ ਹੀ ਸੂਬਿਆਂ ਦੇ ਵਿੱਚ ਸਿੱਖਾਂ ਦੇ ਨਾਲ ਕੀ ਹੋਇਆ, ਉਹ ਬੜੀ ਦਰਦਨਾਕ ਕਹਾਣੀ ਹੈ। ਉਸ ਵਕਤ ਦੇ ਜਿਹੜੇ ਦਿੱਲੀ ਦੇ ਪੱਤਰਕਾਰ ਨੇ, ਉਹਨਾਂ ਦੀਆਂ ਰਿਪੋਰਟਾਂ ਕਦੇ ਸੁਣ ਕੇ ਵੇਖੋ, ਜਿਨ੍ਹਾਂ ਨੇ ਅੱਖੀਂ ਡਿੱਠਾ ਨਜ਼ਾਰਾ ਕਈ ਵਾਰੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਔਨ 에ਅਰ ਦੇ ਉੱਤੇ ਵੀ ਕੋਸ਼ਿਸ਼ ਕਰਾਂਗਾ ਕਿ ਉਸ ਵਕਤ ਦੇ ਜਿਹੜੇ ਸੀਨੀਅਰ ਪੱਤਰਕਾਰ ਉਸ ਵਕਤ ਦਿੱਲੀ ਤੋਂ ਰਿਪੋਰਟਿੰਗ ਕਰ ਰਹੇ ਸੀਗੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਹੋ ਸਕਦਾ ਕਿ ਉਹਨਾਂ ਨਾਲ ਸਕਾਈਪ ਦੇ ਉੱਤੇ ਤੁਹਾਡਾ ਉਹ ਮੰਜ਼ਰ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰੀਏ ਕਿ ਅਸਲ ਦੇ ਵਿੱਚ ਉਸ ਵਕਤ ਵਾਪਰ ਕੀ ਰਿਹਾ ਸੀਗਾ, ਅਸਲ ਦੇ ਵਿੱਚ ਉਦੋਂ ਸਥਿਤੀ ਕੀ ਸੀ, ਦਿੱਲੀ ਦੀਆਂ ਸੜਕਾਂ ਦੇ ਉੱਤੇ ਹੋਇਆ ਕੀ ਸੀਗਾ। ਔਰ ਜੇ 84 ਨਾ ਵਾਪਰਦੀ, ਸੱਚਮੁੱਚ ਕਹਿ ਰਹੇ ਹਾਂ ਕਿ ਜੇ ਸਰਕਾਰ ਉਦੋਂ ਸੂਝ ਤੋਂ ਕੰਮ ਲੈ ਲੈਂਦੀ, ਜੇ 84 ਨਾ ਵਾਪਰਦੀ ਤਾਂ 84 ਤੋਂ ਬਾਅਦ 95 ਤੱਕ ਦਾ ਜਿਹੜਾ ਪੰਜਾਬ ਦੇ ਵਿੱਚ ਦੌਰ ਆਇਆ, ਜਿਹੜੇ ਦੌਰ ਨੂੰ ਆਪਾਂ ਕਾਲਾ ਦੌਰ ਕਹਿੰਦੇ ਆ, ਕਾਲਾ ਦੌਰ ਆਇਆ ਨਹੀਂ, ਲਿਆਂਦਾ ਗਿਆ ਸੀ, ਜਿਸ ਦੇ ਵਿੱਚ ਕਿੰਨੇ ਹੀ ਨੌਜਵਾਨ ਬੇਕਸੂਰ ਕੋ ਕੇ ਮਾਰ ਦਿੱਤੇ ਗਏ, ਕਿੰਨੀਆਂ ਬਜ਼ੁਰਗ ਅਤੇ ਕਿੰਨੀਆਂ ਔਰਤਾਂ, ਬੀਬੀਆਂ, ਭੈਣਾਂ ਦੀ ਬੇਪਤ ਕੀਤੀ ਗਈ, ਕਿੰਨੇ ਬਜ਼ੁਰਗ ਫੜ ਕੇ ਮਾਰ ਦਿੱਤੇ ਗਏ, ਕਿੰਨੇ ਬੱਚੇ ਕੋ ਕੇ ਮਾਰ ਦਿੱਤੇ ਗਏ, ਇੱਥੋਂ ਤੱਕ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੀ ਕਤਲ ਜਿਹੜਾ ਹੈ ਥਾਣੇ ਦੇ ਵਿੱਚ ਕੀਤਾ ਗਿਆ। ਮਤਲਬ ਇੰਨਾ ਕੁਝ ਨਾ ਵਾਪਰਦਾ ਤੇ ਨਾ ਹੀ ਸੁਮੇਧ ਸੈਣੀ ਵਰਗੇ ਬੁੱਚੜ ਹੁੰਦੇ, ਤਾਂ ਨਾ ਹੀ KPS ਗਿੱਲ ਵਰਗੇ ਸਾਹਮਣੇ ਹੁੰਦੇ। ਜੇ ਸਾਰਾ ਕੁਝ ਨਾ ਹੁੰਦਾ, ਪੰਜਾਬ ਦੀ ਨੌਜਵਾਨੀ ਬਚ ਜਾਂਦੀ, ਪੰਜਾਬ ਦੇ ਵਿੱਚੋਂ ਉਦੋਂ ਜਾਨ ਬਚਾ ਕੇ ਭੱਜਣਾ
ਪੋਲੀਟੀਕਲ ਅਸਾਈਲਮ ਲੈ ਕੇ ਵਿਦੇਸ਼ਾਂ ਦੇ ਵਿੱਚ ਰਹਿਣਾ, ਔਰ ਸਿੱਖ ਸੰਘਰਸ਼ ਦੇ ਨਾਂ ਦੇ ਉੱਤੇ ਵਿੱਚ ਕਈ ਲੋਕਾਂ ਦਾ ਘੁਸਪੈਠ ਕਰ ਜਾਣਾ, ਮਾੜੇ ਅਨਸਰਾਂ ਦਾ ਘੁਸਪੈਠ ਕਰ ਜਾਣਾ ਤੇ ਲਹਿਰ ਨੂੰ ਬਦਨਾਮ ਕਰਨਾ, ਲਹਿਰ ਦੇ ਨਾਂ ਦੇ ਉੱਤੇ ਕਿਸ ਤਰੀਕੇ ਨਾਲ ਦੋ ਫਿਰਕਿਆਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਨੀ ਜਾਂ ਦੋ ਫਿਰਕਿਆਂ ਦੇ ਬੰਦੇ ਮਾਰ ਮੁਕਾਉਣ ਦੀ ਗੱਲ ਕਰਨੀ, ਇਹ ਸਾਰਾ ਕੁਝ ਨਾ ਵਾਪਰਦਾ ਜੇ ਉਦੋਂ ਸਰਕਾਰ ਥੋੜਾ ਜਿਹਾ ਸੰਜਮ ਔਰ ਸੰਤੋਖ ਤੋਂ ਕੰਮ ਲੈਂਦੀ ਤਾਂ ਮੇਰੇ ਖਿਆਲ 'ਚ ਨਾ 84 ਵਾਪਰਦੀ ਤੇ ਨਾ 84 ਤੋਂ ਬਾਅਦ 95 ਤੱਕ ਦਾ ਜਿਹੜਾ ਜਾਂ 98 ਤੱਕ ਦਾ ਕਾਲਾ ਦੌਰ ਪੰਜਾਬ ਨੇ ਵੇਖਿਆ ਤੇ ਪੰਜਾਬ ਦਾ ਕਿੰਨਾ ਹੀ ਨੁਕਸਾਨ ਅਸੀਂ ਕਰਵਾ ਲਿਆ। ਨਾ ਹੀ ਭਾਈ ਖਾਲੜਾ ਵਰਗੇ ਨੂੰ ਇਹ ਆਵਾਜ਼ ਉਠਾਉਣੀ ਪੈਂਦੀ ਕਿ ਕਿੰਨੀਆਂ ਜਿਹੜੀਆਂ ਅਣਪਛਾਤੀਆਂ ਕਿੰਨੀਆਂ ਲਾਸ਼ਾਂ ਜਿਹੜੀਆਂ ਪੁਲਿਸ ਨੇ ਅਣਪਛਾਤੀਆਂ ਕਹਿ ਕੇ ਸਾੜ ਦਿੱਤੀਆਂ, ਫੂਕ ਦਿੱਤੀਆਂ ਜਾਂ ਗਾਇਬ ਕਰ ਦਿੱਤੀਆਂ, ਨਹਿਰਾਂ ਦੇ ਵਿੱਚ ਸੁੱਟ ਦਿੱਤੀਆਂ, ਤੇ ਨਾ ਭਾਈ ਖਾਲੜੇ ਦੀ ਆਵਾਜ਼ ਉੱਠਦੀ ਤੇ ਨਾ ਭਾਈ ਖਾਲੜਾ ਵਰਗਾ ਜ਼ਹੀਨ ਬੰਦਾ ਪੁਲਿਸ ਦੁਆਰਾ ਚੱਕ ਕੇ ਹਮੇਸ਼ਾ ਲਈ ਮਾਰ ਖਪਾ ਦਿੱਤਾ ਜਾਂਦਾ ਜੇ ਸਰਕਾਰਾਂ ਉਦੋਂ ਸੰਜਮ ਔਰ ਸਮਝਦਾਰੀ ਤੋਂ ਕੰਮ ਲੈ ਲੈਂਦੀਆਂ। ਜੀ ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਜੀ। ਸ਼ੁਕਰੀਆ ਬਾਈ।